ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਨਿਸਮਹਿ ਖਾਣ ਪਾਣ ਕਰ ਸੋਏ। ਪੂਰ ਮਨੋਰਥ ਸੁਖ ਸੋ ਹੋਏ। ਜਾਮ ਜਾਮ ਨੇ ਰਹੇ ਸੋ ਜਾਗੇ। ਸੋਚ ਇਸ਼ਨਾਨ ਕਰਨ ਸਭ ਲਾਗੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਸਮੈ ਖਾਣ ਪਾਣ ਕਰ ਸੋਏ। ਪੂਰ ਮਨੋਰਥ ਸੁਖ ਸੋ ਹੋਏ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਭਾਈ ਬਿਧੀ ਚੰਦ ਬਾਦਸ਼ਾਹ ਦੇ ਕਿਲ੍ਹੇ ਵਿੱਚੋਂ ਦਿਲਬਾਗ ਘੋੜਾ ਲੈ ਕੇ ਸਤਿਗੁਰ ਦੇ ਚਰਨਾਂ 'ਚ ਪਹੁੰਚਿਆ। ਘੋੜੇ ਨੂੰ ਵੇਖ ਕੇ ਸਾਰੇ ਬੜੇ ਖੁਸ਼ ਹੋਏ ਔਰ ਸਤਿਗੁਰੂ ਜੀ ਨੇ ਇਹ ਘੋੜਾ ਭਾਈ ਜੇਠਾ ਜੀ ਦੇ ਹਵਾਲੇ ਕੀਤਾ ਕਿ ਭਾਈ ਜੇਠਾ ਜੀ ਇਹ ਘੋੜੇ ਦੀ ਪੂਰੀ ਸੇਵਾ ਹੋਵੇ ਅਤੇ ਜਿਸ ਤਰ੍ਹਾਂ ਸੇਵਾ ਕਰਨੀ ਹੈ, ਜਿਸ ਤਰ੍ਹਾਂ ਬਿਧੀ ਚੰਦ ਕਰਦਾ ਰਹੇ, ਬਿਧੀ ਚੰਦ ਤੋਂ ਪੁੱਛ ਲਓ। ਘੋੜੇ ਨੂੰ ਮਾਲਿਸ਼ ਕਰਨ ਵਾਲੇ ਸੇਵਾਦਾਰ ਦਿੱਤੇ ਗਏ। ਘੋੜੇ ਦੀ ਮਾਲਿਸ਼ ਕੀਤੀ। ਭਾਈ ਬਿਧੀ ਚੰਦ ਆਪ ਵੀ ਉਸੇ ਤਰ੍ਹਾਂ ਸੇਵਾ ਕਰਦਾ ਹੈ। ਉਹ ਸ਼ਾਮ ਨੂੰ ਸੋਧਰ ਦਾ ਪਾਠ ਹੋਇਆ, ਲੰਗਰ ਪਾਣੀ ਛਕਿਆ ਅਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਉਂਕਿ ਮਨੋਰਥ ਪੂਰਾ ਹੋਇਆ। ਅੱਜ ਭਾਈ ਬਿਧੀ ਚੰਦ ਵੀ ਕਈ ਰਾਤਾਂ ਤੋਂ ਬਾਅਦ ਸੁੱਖ ਦੀ ਨੀਂਦ ਸੁੱਤਾ, ਹੋਰ ਸਾਰੇ ਆਰਾਮ ਕਰਨ ਵਾਸਤੇ ਪੈ ਗਏ ਨੇ। ਜਾਮ ਜਾਮ ਨੇ ਰਹੇ ਸੋ ਜਾਗੇ। ਸੋਚ ਇਸ਼ਨਾਨ ਕਰਨ ਸਭ ਲਾਗੇ। ਅਤੇ ਨਿੱਤ ਦੀ ਤਰ੍ਹਾਂ ਜਦੋਂ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਉੱਠ ਕੇ ਸਭ ਜਿਹੜੇ ਨੇ ਸੋਚ ਇਸ਼ਨਾਨ ਕਰਨ ਲੱਗੇ। ਪਠੇ ਕੰਠ ਤੇ ਸ੍ਰੀ ਗੁਰਬਾਣੀ। ਜਪਜੇ ਸੁਖਮਨ ਆਦ ਮਹਾਨੀ। ਜਪਜੀ ਸੁਖਮਣੀ ਸਾਹਿਬ ਆਦ ਬਾਣੀਆਂ ਜਿਹੜੀਆਂ ਸਿੱਖਾਂ ਨੂੰ ਕੰਠ ਸਨ। ਇਸ਼ਨਾਨ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਚੱਲਦਿਆਂ ਫਿਰਦਿਆਂ ਉਹ ਬਾਣੀ ਪੜ੍ਹਦੇ ਨੇ। ਆਸਾ ਵਾਰ ਰਵਾਬੇ ਗਾਵੈ। ਭਾਂਤ ਭਾਂਤ ਕੇ ਰਾਗ ਸੁਣਾਵੈ। ਰਵਾਬੀ ਸਿੱਖ ਭਾਈ ਬਾਪਕ ਜੀ ਅਤੇ ਉਹਨਾਂ ਦੇ ਸਾਥੀ ਆਸਾ ਕੀ ਵਾਰ ਦਾ ਕੀਰਤਨ ਗਾਉਂਦੇ ਨੇ। ਭਾਂਤ ਭਾਂਤ ਦੇ ਸ਼ਬਦ ਰਾਗਾਂ ਦੇ ਵਿੱਚ ਨਾਲ ਗਾਉਂਦੇ ਨੇ। ਸਤਨਾਮ ਕੋ ਹੋਤ ਉਚਾਰ। ਸ੍ਰੀ ਕਰਤਾਰ ਕੇਰ ਜੈਕਾਰ। ਸਤਿਗੁਰੂ ਜੀ ਜਿੱਥੇ ਵੀ ਰਹੇ, ਜਿੱਥੇ ਗੁਰੂ ਕੇ ਸਿੱਖ ਨੇ, ਹਰ ਥਾਂ 'ਤੇ ਸਤਨਾਮ ਵਾਹਿਗੁਰੂ ਦਾ ਉਚਾਰਨ ਹੁੰਦਾ ਹੈ। ਉਸ ਸ੍ਰੀ ਕਰਤਾਰ ਦੀ ਜੈ ਹੁੰਦੀ ਹੈ। ਹੋਏ ਅੰਮ੍ਰਿਤ ਵੇਲੇ ਚਿੱਤ ਸ਼ਾਂਤੀ। ਪਠਤ ਸੁਣਤ ਮਨ ਬਣੇ ਇਕਾਂਤੇ। ਕਿਉਂਕਿ ਅੰਮ੍ਰਿਤ ਵੇਲਾ ਹੈ ਹੀ ਐਸਾ। ਅੰਮ੍ਰਿਤ ਵੇਲਾ ਪਹਿਰ ਰਾਤ ਤੋਂ ਬਾਅਦ ਜਿਹੜਾ ਹੈ ਉਹਨੂੰ ਕਿਹਾ ਹੀ ਇਸੇ ਕਰਕੇ ਜਾਂਦਾ ਹੈ ਕਿ ਮਨ ਉਸ ਵੇਲੇ ਬੜਾ ਸ਼ਾਂਤ ਹੁੰਦਾ ਹੈ, ਮਨ ਇਕਾਗਰ ਛੇਤੀ ਹੁੰਦਾ ਹੈ। ਮਨੋ ਬੈਕੁੰਠ ਗੁਰੂ ਦਰਬਾਰ।
हुते काम क्रोध आद विकार। कहते ये गुरु दरबार दे इस तरह है अमृत वेले कि जिवें यही स्वर्ग होवे, यही बकुंठ है कि जेड़े सिख इस स्वर्ग दे विच आ गए, हते काम क्रोध आद विकार। उन्होंने काम क्रोध लोभ मोह आदि जिन्ने ये विकार ने इन्हां नूं अपने अंदरों मार मुकाया। बहुर प्रकाश भयो दिस बीच, गगन दुरे उड उचर नीच। कहते फिर दिन का चढ़ा चढ़िया, पूर्व वाले पासे प्रकाश होया, उच्चे नीवें आकाश विच जिन्ने तारे सन सारे लुक गए। आसा वार भोग को पायो, चल जेठा सतगुरु टेगे आयो। और उस तरह की मर्यादा अज भी है। जदों दिन का चढ़ा चढ़ता है, सूरज उगना शुरू होंदा, उदों आसा की वार का भोग पाया जाता है। आसा की वार का भोग पिया, भोग तो बाद भाई जेठा जी सतगुरु जी के कोल आए ने। हाथ जोर कर अर्ज गुजारे, महाराज घोरा बल भारी। भाई जेठे जी ने हाथ जोड़ के बेनती की, सतगुरु जी घोड़ा तो बड़ा बल वाला है, बड़ा बलवान है। रुख कर तृण दाना नह खाए, बहुत बिलोचन ते जल जाए। पर सतगुरु जी जिवें दे घोड़े की सेहत है, बलवान है, उस तरह का ये चारा नहीं खांदा। ना इन्हें निहारी ढंग दे नाल खाधी, ना हरा घाह जिहड़ा है वो ढंग नाल खाधा। और इस घोड़े दी अखां दे विचों पानी भी चल रहा है। खरो अचंचल मन मुरझायो, जान्यो जाए ना किम निबलायो। सतगुरु जी एडा तो चंचल घोड़ा, पर तो खड़ा ही आराम नाल है, जिवें झोटा खड़ा हुंदा है, हिलदा ही नहीं। ये पता नहीं मुरझाया क्यों होया है, ये थकावट है जां कोई कारण हो रहे नहीं समझ आउंदी। सेव तरह्यो दीप निस्बारे, नहीं नहारे को मुख धारे। मैं रात नूं दीवा बाल के सारी रात इनकी सेवा करता रहा। निहारी स्पैशल तैयार करवाई सी, पर निहारी नूं इन्हें मूँह तक नहीं लाया। श्रमत हो तो मानस बहुकीन, फेर तहात दिलासा दीन। इहदे विच सतगुरु जी कोई शक नहीं, थकिया तो है सी, बड़ी दूर दौड़ के आया। थकावट दूर करने वास्ते अद्धी रात तो वध समा इनू मालिश कराउंदा रहा, इनू हथ फेर के दिलासा दिंदा रहा। लेहो आप सुध फेरो हाथ, किरपा धार ते करो सनाथ। पर सतगुरु जी घोड़ा पता नहीं उपरी थां ते आया है, ना कोई लगदा मालिश का असर होया, ना निहारी खाधी, ना ही उन्हें धीरज धारिया। अखा जो पानी उस तरह चलता है। सतगुरु जी कृपा करो, जाके उनके ते हथ फेरो, किरपा की दृष्टि नाल उन्हें मालक वाला बनाओ, उन्होंने हौसला दो। सुनकार जोधशाह तो बोला, बहुत दिन बीते थान ते खोला। ये सुन के राय जोध कोल बैठा सी। राय जोध कहन लग्या कि बहुत दिनों तो बाद एक थान तो बन्ने हुए नूं खोलिया है ना। घोड़ा बहुता दिन बन के रखिए तो तब भी इसी तरह करता है। मजल विशाल पहल ही आयो, हुतो श्रमत याते मुरझायो। ते राय जोध कहता भाई जेठा जी घबराउण वाली गल नहीं, क्योंकि बहुते दिनों तो खड़ा होया सी ते अज जे नूं खोलिया तो फिर इक्को वारी बहुती लंबी मंजिल तय करके आया, बहुता रस्ता तय किया। इस करके हद तो ज़्यादा ये थकिया होया परेशान होने की नहीं लोड़। श्री हर गोबिंद चंद बखाना, सुनो जोध यह पर पछाना। फिर सतगुरु जी बोले, कहन लगे राय जी जोध जी कि मैनू तो इस तरह लगता है। किवें जी? बहुत बिलोचन ते बह बारी, उर पीरा जन वहर पसारी। कि थकिया होवे ते अखा चो फिर पानी तो नहीं आना चाहिए, थोड़ा बहुता आ जाए, दूरों चल के आए तो गल वखरी है।
पर जिवें जल बार बार आउंदा रुकदा नहीं, ये तो इवें लगता कि अंदर दी कोई पीड़ा है, अखां दे पानी थणी वो जार कर रहा है। होए गो ब्रहो इस थाई, जिस टिक रहत समीप सदाई। सतगुरु कहते ने राय जी सानू तो लगता है, क्योंकि जिहड़ी थां छड्ड के आया बाकी घोड़ियां दे नाल रहिंदा होएगा, विछोड़ा पिया है, तो विछोड़े की दर्द जिहड़ी वो विछोड़े वाला ही जानता है। मैनू इस तरह लगता थां उपरी है, कई दिन एक थां ते रहने तो बाद दूजी थां ते जाए घोड़ा तो दिल नहीं लाउंदा। बिधि चंद सब गात सुनाई, घोड़े दोए हुते दरियाई। फिर भाई बिधि चंद वो भी कोल आए। भाई बिधि चंद ने फिर सारी कहानी सुनाई कि सतगुरु जी असल में घोड़ा कला नहीं सी, दरियाई दो घोड़े सन, और दोवां दे नाम भी मिलते जुलते। ये भी दस्सिया जाता कि दोवें भरा ही ने। यह दिलबाग दुतिया गुलबाग, बंदत निकट बड़े अनुराग। ये घोड़े का नाम दिलबाग है, तो सतगुरु जी जिहड़ा दूजा घोड़ा उनका नाम गुलबाग है। इन्हां नूं इक्को थां ते नेड़े नेड़े बन्निया जांदा सी। इन्हां दा आपस विच प्रेम बड़ा सी। तृण दाना बहु भांत निहारे, दोनों खात खरे एक सारे। इन्हां नूं घाह पाउणा होवे, दाना पाउणा होवे, निहारी पाउणा होवे, इक्को ही खुरली दे विच इक्को ही थां ते इन्हां नूं इकट्ठे पाया जांदा सी, इकट्ठे खांदे सन। ईद याद दिन खोलें कबै, नत रह खरे जे संबंधत सबै। तो सतगुरु जी फिर इन्हां घोड़ियां नूं खोलिया तो बिल्कुल ही नहीं सी जांदा। बस ईद हो गई जां किते कोई विशेष समा होए, कोई जुलूस निकलना होए, तो फिर इन्हां घोड़ियां नूं खोलिया जांदा सी, नहीं तो बन्ने ही रहिंदे सन। तिस है को बिरहो जान्यो जाए, संकट ते दृग जल चले आए। तो सतगुरु कहते ने राय जोध सानू तो लगता है फिर दूजे घोड़े के नाल रहा है ना, हुण ये कला हो गया, विछोड़ा पै गया, तो ये विछोड़ा दे तो सहारिया नहीं जाता। ये विछोड़े की दर्द है जिहड़ी अखां थनी सानू विखा रहा जाहिर करके। एम सुन सब कै निश्चय भयो, बिरहा तुरंगम ते दुख थियो। हुण ये सुन के सारे नूं तसल्ली भी होगी कि बिल्कुल इस तरह की गल होएगी कि दूजे घोड़े नालों विछड़िया, इत्थे आके इहदा चित्त नहीं लगता। इत्थे कवि संतोख सिंह जी ने यह अध्याय खत्म किया है। अगे अध्याय नंबर 33वां, जिंदा सिरलेख है दूसरा घोड़ा गुलबाग। दोहरा इम निश्चय कर, तुरंग दुख उठे गुरु महाराज। कौतक करत अनेक विद, बड़े गरीब निवाज। कहते इस तरह निश्चय करके गल पक्की हो गई कि घोड़ा दूजे घोड़े तो विछड़ के दुखी है। ये कुछ खांदा नहीं, कुछ पींदा नहीं, ये मुरझाया होया खड़िया है। ये गल जो पक्की हो गई, नाल दे ने भी कह दिता इस तरह है। बिधि चंद भी कहता बिल्कुल इस तरह होएगा। सतगुरु जी महाराज उदों उठे ने जेडे बड़े कौतुक करते हैं और गरीबां नूं निवाजन वाले ने। चौपे जाए तुरंगम को तब हेरा, बहुत बलोचन बार बडेरा। सतगुरु जी ने जाके दिलबाग घोड़े नूं देखिया कि अखां विचों पानी चल ही रहा सी, रुकदा नहीं सी। ये त्युत नह देखत मुरझायो, तृण दाना ईखद ही खायो। वो ना इधर उधर वेंदा मेरे को कोई आया कि गया, मुरझाया होया खड़िया ते घाह दाना जिहड़ा बहुत बस थोड़ा ही खादा। जोत संग तब गुरु बखानी, बिरहो की पीर इसे हम जानी। सतगुरु जी फिर कहते ने राय जोत असीं पहलू किया सी, इनू पीड़ दर्द थकावट होर कुछ नहीं, बस विछड़ के आया ना, एक थां छड्ड के आया है, दूजा नाल दे घोड़े नालों विछड़ के आया है।
ਅਪਰ ਨਾ ਤਨ ਮੈਂ ਸੰਕਟ ਕੋਈ, ਏਕ ਥਾਨ ਬੰਦੇ ਰਹਿ ਦੋਈ। ਸਤਿਗੁਰੂ ਜੀ ਕਹਿੰਦੇ ਨੇ ਹੋਰ ਇਹਦੇ ਤਨ ਦੇ ਵਿੱਚ ਕੋਈ ਸੰਕਟ ਨਹੀਂ, ਨਾ ਕੋਈ ਥਕਾਵਟ, ਨਾ ਕੋਈ ਬਿਮਾਰੀ। ਬਸ ਇੱਕੋ ਥਾਂ ਦੇ ਇਕੱਠੇ ਬੰਨਣ ਕਰਕੇ ਇਹਨਾਂ ਦਾ ਪ੍ਰੇਮ ਆਪਸ ਵਿੱਚ ਦੋਵਾਂ ਦਾ ਬੜਾ ਬਣ ਗਿਆ ਹੋਏਗਾ। ਸ੍ਰੀ ਗੁਰ ਬੈਣ ਜੋਤ ਸਨਮਾਨਾ, ਨਿਸ਼ਚੈ ਆਪ ਪ੍ਰਥਮ ਹੀ ਜਾਨਾ। ਸਤਿਗੁਰੂ ਦੇ ਬਚਨਾਂ ਦਾ ਰਾਏ ਜੋਤ ਨੇ ਸਨਮਾਨ ਕੀਤਾ। ਸਤਿਗੁਰੂ ਜੀ ਇਹ ਗੱਲ ਪੱਕੀ ਆਪ ਨੇ ਤਾਂ ਪਹਿਲੋਂ ਕਹਿ ਦਿੱਤਾ ਸੀ, ਪਹਿਲੋਂ ਪਹਿਚਾਨ ਲਿਆ ਸੀ ਕਿ ਵਿਛੋੜੇ ਦਾ ਦੁੱਖ ਹੈ। ਸਰਬ ਸ਼ਕਤ ਤੇ ਮਾਲਕ ਰਾਵਰ, ਕਹਿਓ ਜੋ ਤਰਕੇ ਸੋ ਮਤ ਬਾਵਰ। ਸਤਿਗੁਰੂ ਜੀ ਤੁਸੀਂ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਸਮਰੱਥ ਹੋ, ਅਤੇ ਤੁਹਾਡੀ ਗੱਲ ਦੇ ਅੱਗੇ ਤੁਹਾਡੇ ਬਚਨਾਂ ਤਾਂ ਜਿਹੜੇ ਕੋਈ ਤਰਕ ਕਰੇ ਉਹਨੂੰ ਕੱਟੋ, ਪਾਗਲ ਹੀ ਹੋਏਗਾ। ਅਬ ਕਰ ਫੇਰ ਧੀਰ ਕੋ ਦੈ ਹੋ, ਮਨ ਇਸ ਕੋ ਥਿਰ ਭਲੇ ਕਰੈ ਹੋ। ਤੇ ਰਾਏ ਜੋਤ ਕਹਿੰਦਾ ਸਤਿਗੁਰੂ ਜੀ ਫਿਰ ਕਰੋ ਕਿਰਪਾ, ਘੋੜੇ 'ਤੇ ਵੀ ਹੱਥ ਫੇਰੋ, ਘੋੜੇ ਨੂੰ ਵੀ ਹੌਸਲਾ ਦਿਓ ਕਿ ਇਹਦਾ ਵੀ ਜਿਹੜਾ ਦਿਲ ਹੁਣ ਇੱਥੇ ਨੂੰ ਲਾਉਣਾ ਪਵੇ, ਇਹਦਾ ਦਿਲ ਲੱਗ ਜੇ। ਤਬ ਸਤਿਗੁਰ ਨਿਜ ਪੰਕਜ ਹਾਥ, ਫੇਰਨ ਕੇ ਨ ਦਿਲਾਸੇ ਸਾਥ। ਕਹਿੰਦੇ ਉਦੋਂ ਸਤਿਗੁਰੂ ਜੀ ਨੇ ਫਿਰ ਆਪਣੇ ਹੱਥ ਨੂੰ ਬਾਹਰ ਕੱਢਿਆ। ਹੱਥ ਜਿਹੜਾ ਸਰੀਰ ਦੇ ਘੋੜੇ ਦੇ ਉੱਤੇ ਫੇਰਦਿਆਂ ਹੋਇਆ ਉਹਨੂੰ ਪੂਰਾ ਦਿਲਾਸਾ ਦਿੱਤਾ, ਭਰੋਸਾ ਦਿੱਤਾ। ਬਦਨ ਬਿਲੋਚਨ ਪੇਟ ਉਤਾਰਾ, ਧਰ ਕਰ ਕੋ ਰੁਚਰ ਉਚਾਰਾ। ਹੁਣ ਉਹਦੇ ਅੱਖਾਂ, ਮੁੱਖ, ਪਿੱਠ, ਜਿਹੜੀ ਵੱਡੀ ਪਿੱਠ ਵਾਲਾ ਸੀ, ਵੱਡਾ ਉੱਚਾ ਘੋੜਾ ਸੀ। ਸਤਿਗੁਰੂ ਜੀ ਨੇ ਮੂੰਹ ਤੋਂ ਲੈ ਕੇ ਅੱਖਾਂ ਤੋਂ ਸਾਰੇ ਕੰਨ ਦੇ ਉੱਤੇ ਹੱਥ ਫੇਰਿਆ। ਨਾਮ ਜਾਨ ਭਾਏ ਕਹਿ ਕਰ ਕੈ, ਤ੍ਰਿਣ ਦਾਣਾ ਅਚਵੋ ਇਤ ਧਰਕੈ। ਅਤੇ ਇਸ ਦਿਲਬਾਗ ਘੋੜੇ ਨੂੰ ਸਤਿਗੁਰੂ ਕਹਿੰਦੇ ਨੇ ਜਾਣ ਭਾਈ, ਭਈ ਦਾਣਾ ਤੇਰੇ ਅੱਗੇ ਪਿਆ, ਦਾਣਾ ਖਾ, ਨਿਹਾਰੀ ਖਾ। ਬਸ ਗੁਰੂ ਸਾਹਿਬ ਦੇ ਬਚਨ ਹੀ ਸਨ, ਦਿਲਬਾਗ ਦਾ ਨਾਂ ਜਾਣ ਭਾਈ ਹੋ ਗਿਆ। ਉਸ ਤੋਂ ਬਾਅਦ ਇਹਨੂੰ ਜਾਣ ਭਾਈ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। ਗੁਰ ਘਰ ਆਏ ਕਸ਼ਟ ਨਹਿ ਪਾਵੋ, ਤਨ ਮਨ ਕੇ ਸਭ ਪੀਰ ਮਿਟਾਵੋ। ਸਤਿਗੁਰੂ ਜੀ ਫਿਰ ਕਹਿੰਦੇ ਨੇ ਜਾਣ ਭਾਈ ਗੁਰੂ ਘਰ ਆਇਆ ਹੈ, ਦੁਖੀ ਹੋਣ ਦੀ ਲੋੜ ਨਹੀਂ। ਇੱਥੇ ਤੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ, ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਨੇ। ਕਿਸੇ ਤਰ੍ਹਾਂ ਦੀ ਪੀੜ ਵਿਛੋੜੇ ਵਾਲੇ ਵੀ ਤੇਰੇ ਅੰਦਰ ਰਹੇਗੀ ਨਹੀਂ। ਜਿਸ ਕੋ ਚਾਹੇ ਆਏ ਸੋ ਜੈ ਹੈ, ਪ੍ਰਿਆ ਪ੍ਰੇਮੀ ਕੋ ਪ੍ਰਭੂ ਮਿਲੈ ਹੈ। ਸਤਿਗੁਰੂ ਜੀ ਕਹਿੰਦੇ ਨੇ ਜਾਣ ਭਾਈ, ਜਿੰਦੇ ਨਾਲ ਤੂੰ ਰਹਿਣਾ ਚਾਹੁੰਦਾ ਹੈ ਨਾ, ਉਹ ਵੀ ਇੱਥੇ ਆ ਜਾਏਗਾ। ਪਿਆਰੇ ਪ੍ਰੇਮੀ ਨੂੰ ਰੱਬ ਪਰਮੇਸ਼ਰ ਆਪ ਮਿਲਾਏਗਾ। ਸੁਣ ਸਤਿਗੁਰ ਕੇ ਬਾਕ ਸੁਹਾਏ, ਫੁਰਕਿਓ ਘੋੜਾ ਉਰ ਹਰ ਖਾਏ। ਸਤਿਗੁਰੂ ਜੀ ਦੇ ਬਚਨ ਸੁਣ ਕੇ ਘੋੜਾ ਥੋੜ੍ਹਾ ਜਿਹਾ ਫੁਰਫੁਰਾਇਆ, ਜਿਹੜਾ ਰਾਤ ਭਰ ਬਿਲਕੁਲ ਹਿੱਲਦਾ ਹੀ ਨਹੀਂ ਸੀ, ਅੱਖਾਂ ਹੀ ਨਹੀਂ ਸੀ ਚੁੱਕਦਾ। ਫੁਰਫੁਰਾਇਆ ਕਿ ਗੁਰੂ ਸਾਹਿਬ ਜੀ ਦਾ ਬਚਨਾਂ 'ਤੇ ਜਿਹਨੇ ਭਰੋਸਾ ਕਰਕੇ ਜਿਵੇਂ ਕਿਹਾ ਹੋਏ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਜਿਵੇਂ ਘੋੜਾ ਬੜਾ ਖੁਸ਼ ਹੋ ਗਿਆ। ਆਗੇ ਪਰੇ ਤ੍ਰਿਣਨ ਮੁਖ ਡਾਰੇ, ਜੋ ਦਿਆਦ ਤਹਿ ਸਰਬ ਨਿਹਾਰੇ। ਜਿਹੜਾ ਹਰਾ ਸੋਹਣਾ ਘਾਹ ਸਾਹਮਣੇ ਪਿਆ ਸੀ, ਘੋੜੇ ਨੇ ਮੂੰਹ 'ਚ ਪਾਇਆ, ਖਾਣਾ ਸ਼ੁਰੂ ਕਰ ਦਿੱਤਾ। ਘਾਹ ਤੇ ਉਹੀ ਸੀ ਜਿਹੜਾ ਰਾਤ ਭਰ ਪਿਆ ਸੀ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਹ ਘੋੜੇ ਨੇ ਫਿਰ ਖੁਸ਼ੀ ਦੇ ਨਾਲ ਘਾਹ ਖਾਧਾ। ਭਾਈ ਰਾਏ ਜੋਧ, ਹੋਰ ਸਿੱਖ ਸਾਰੇ ਵੇਖ ਰਹੇ ਨੇ। ਖਾਣ ਲੱਗਿਓ ਲਖ ਹਿਰਦੈ ਆਨੰਦੇ, ਧੰਨ ਧੰਨ ਸ੍ਰੀ ਹਰਗੋਬਿੰਦੇ। ਉਦੋਂ ਸਾਰਿਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧੰਨ ਕਿਹਾ ਕਿ ਸਤਿਗੁਰੂ ਜੀ ਆਪ ਜੀ ਨੇ ਬਚਨ ਕੀਤੇ, ਹੱਥ ਫੇਰਿਆ। ਆ ਦੇਖੋ ਕਿੰਨੀ ਖੁਸ਼ੀ ਦੇ ਨਾਲ ਉਹੀ ਘਾਹ ਖਾਂਦਾ ਹੈ। ਪੁਨ ਇਕਾਂਤ ਮਹਿ ਬੈਠੇ ਜਾਏ, ਜੋ ਦਰਾਏ ਕੋ ਲੀਨ ਬੁਲਾਏ। ਫਿਰ ਸਤਿਗੁਰੂ ਜੀ ਇੱਕ ਪਾਸੇ ਇਕਾਂਤ 'ਚ ਜਾ ਕੇ ਬੈਠ ਗਏ। ਥੋੜ੍ਹੀ ਦੇਰ ਬਾਅਦ ਸੇਵਕ ਨੂੰ ਭੇਜਿਆ ਕਿ ਰਾਏ ਜੋਧ ਨੂੰ ਇੱਥੇ ਬੁਲਾ ਲਿਆ।
ਹੁਣ ਰਾਏ ਜੋਧ ਤੇ ਸਤਿਗੁਰੂ ਜੀ ਦੋਵੇਂ ਇੱਕ ਥਾਂ ਤੇ ਬੈਠੇ ਹੋਏ ਨੇ। ਬਿਧਿ ਚੰਦ ਪੁਣ ਨਿਕਟ ਹਕਾਰਾ, ਸਾਦਰ ਕਹਿ ਕਰ ਤੇ ਬੈਠਾਰਾ। ਸਤਿਗੁਰੂ ਜੀ ਨੇ ਫਿਰ ਸੁਨੇਹਾ ਭੇਜਿਆ, ਕਹਿੰਦੇ ਭਾਈ ਬਿਧੀ ਚੰਦ ਨੂੰ ਬੁਲਾ ਲਿਆਓ। ਰਾਏ ਜੋਧ, ਸਤਿਗੁਰੂ ਤੇ ਬਿਧੀ ਚੰਦ, ਇਹ ਹੁਣ ਤਿੰਨੇ ਨੇ। ਸਤਿਗੁਰੂ ਜੀ ਨੇ ਬੜੇ ਸਤਿਕਾਰ ਦੇ ਨਾਲ ਬਿਧੀ ਚੰਦ ਨੂੰ ਪਹਿਲੋਂ ਕੋਲ ਬਿਠਾਇਆ। ਬਿਧੀ ਚੰਦ ਪਹਿਲੋਂ ਬੈਠ। ਪਉ ਸੁਮਤੇ ਘੋਰਾ ਹਰ ਲਿਆਇਓ, ਕਰ ਅਚਰਜ ਸਭ ਕੋ ਦਿਖਰਾਇਓ। ਸਤਿਗੁਰੂ ਕਹਿੰਦੇ ਨੇ ਬਿਧੀ ਚੰਦ ਬੜਾ ਸਮੱਤ ਵਾਲਾ ਹੈ, ਬੜਾ ਚਤੁਰ ਹੈ, ਕਿ ਤੂੰ ਘੋੜਾ ਉੱਥੋਂ ਖੋਹ ਕੇ ਲੈ ਜਿੱਥੋਂ ਬੜਾ ਨਾਮੁਮਕਿਨ ਕਿਹਾ ਜਾ ਸਕਦਾ ਸੀ। ਇਹ ਸਭ ਨੂੰ ਤੂੰ ਨਾ ਹੋਣ ਵਾਲਾ ਕੰਮ ਕਰਕੇ ਹੈਰਾਨੀ ਵਿੱਚ ਪਾ ਦਿੱਤਾ, ਅਚਰਜੀ ਕੰਮ ਕਰਕੇ ਲਿਆ। ਇਹ ਪੁਰਸਾਰਥ ਇੱਕ ਤੁਮ ਮਾਹੀ, ਅਪਰ ਨਰਨ ਕਿਸ ਮਹਿ ਅਸ ਨਾਹੀ। ਇਹ ਪੁਰਸਾਰਥ ਹੈ ਸ਼ਕਤੀ। ਸਤਿਗੁਰੂ ਜੀ ਕਹਿੰਦੇ ਨੇ ਇਹ ਦਲੇਰੀ ਤੇ ਹੌਸਲਾ ਭਾਈ ਬਿਧੀ ਚੰਦ ਸਿਰਫ ਤੇਰੇ ਵਿੱਚ ਹੀ, ਹੋਰ ਕਿਸੇ ਵਿੱਚ ਹੋ ਹੀ ਨਹੀਂ ਸਕਦਾ। ਹੈ ਦੂਜੇ ਬਿਨ ਭਈ ਅਜੋਗ, ਮੁਰਝਾਇਓ ਜਨ ਉਪਜੋ ਰੋਗ। ਪਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਬਿਧੀ ਚੰਦ ਇੱਕ ਕਮੀ ਰਹਿ ਗਈ ਹੈ, ਕਿ ਸਤਿਗੁਰੂ ਜੀ ਹੁਕਮ ਕਰੋ ਕਿਹੜੀ, ਕਿ ਇਹ ਘੋੜਾ ਇਕੱਲਾ ਨਹੀਂ ਰਹਿ ਸਕਦਾ। ਇਹਦੇ ਨਾਲ ਦਾ ਜਿਹੜਾ ਘੋੜਾ, ਜਿਹਦਾ ਨਾਂ ਤੂੰ ਗੁਲਬਾਗ ਦੱਸਿਆ ਹੈ, ਇਹਨੂੰ ਉਹ ਵੀ ਚਾਹੀਦਾ ਹੈ। ਦੇਖ ਆਪਣੇ ਭਰਾ ਤੋਂ ਬਿਨਾਂ ਮੁਰਝਾਇਆ ਖੜਿਆ, ਕੁਝ ਖਾਂਦਾ ਪੀਂਦਾ ਨਹੀਂ। ਪਰਮ ਦੁਖੇ ਬਨ ਰੋਵਤ ਇਹਾਂ, ਦੂਸਰ ਐਸੋ ਹੋਏ ਕਹਿ ਤਹਾਂ। ਸਤਿਗੁਰੂ ਕਹਿੰਦੇ ਨੇ ਦੇਖ ਕਿੰਨਾ ਦੁਖੀ ਹੋਇਆ, ਰੋਂਦਾ ਪਿਆ, ਕਿ ਦੂਸਰਾ ਘੋੜਾ ਵੀ ਇਸੇ ਥਾਂ ਤੇ ਹੋਵੇ ਤੇ ਇਹਦਾ ਦੁੱਖ ਦੂਰ ਹੋਏ। ਭਇਓ ਸੰਤਾਪ ਦੁਹਣ ਕੇ ਮਨ ਕੋ, ਰਿਸ਼ਟ ਪੁਸ਼ਟ ਕੇ ਹੋਏ ਨਾ ਤਨ ਕੋ। ਤੇ ਕੱਲਾ ਦੁਖੀ ਇਹ ਨਹੀਂ ਹੋਣਾ ਬਿਧੀ ਚੰਦ, ਜਿਹੜਾ ਘੋੜਾ ਉੱਥੇ ਗੁਲਬਾਗ ਰਹਿ ਗਿਆ, ਦੁਖੀ ਉਹ ਵੀ ਹੋਏਗਾ। ਇਵੇਂ ਤੇ ਦੋਵੇਂ ਬਿਮਾਰ ਪੈ ਜਾਣਗੇ। ਏਡੇ ਹੱਟੇ ਕੱਟੇ, ਏਡੇ ਵਧੀਆ ਘੋੜੇ। ਕਰੋ ਯਤਨ ਦੂਸਰ ਕੋ ਲਿਆਵੋ, ਨਾਹੇ ਤਾਂ ਇਸ ਕੋ ਤਹੇ ਪਹੁੰਚਾਵੋ। ਸਤਿਗੁਰੂ ਜੀ ਕਹਿੰਦੇ ਨੇ ਬਿਧੀ ਚੰਦ ਹੁਣ ਯਤਨ ਕਰ, ਜਾਂ ਤੇ ਇਹਦੇ ਨਾਲ ਦਾ ਦੂਜਾ ਘੋੜਾ ਵੀ ਉੱਥੋਂ ਲੈ ਆ, ਤੇ ਜੇ ਉਹ ਨਹੀਂ ਆ ਸਕਦਾ ਤੇ ਇਸ ਘੋੜੇ ਨੂੰ ਉੱਥੇ ਪਹੁੰਚਾ ਦੇ, ਕਿਉਂਕਿ ਇਕੱਲੇ ਇਕੱਲੇ ਨਹੀਂ ਰਹਿ ਸਕਦੇ। ਇਹਨੂੰ ਫਿਰ ਵਾਪਸ ਉੱਥੇ ਛੱਡਿਆ ਲਾਹੌਰ। ਜੋਰੇ ਰਹਿ ਏਕ ਥਲ ਮਿਲੀ, ਹਮਰੇ ਔਰ ਭਾਵਤ ਇਮ ਭਲੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਘੋੜਾ ਇੱਥੇ ਰਵੇ ਜਾਂ ਉੱਥੇ ਰਵੇ, ਇਕੱਠੇ ਰਹਿਣ ਤੇ ਤਾਂ ਹੀ ਭਲਾ ਹੈ, ਸਾਨੂੰ ਵੀ ਤਾਂ ਹੀ ਚੰਗਾ ਲੱਗੇਗਾ। ਸੁਣਤ ਜੋਤ ਕਹਿ ਲਿਆਵਣ ਠਾਨੋ, ਇਹ ਪਹੁੰਚਾਵੋ ਮੁਖ ਨਾ ਬਖਾਨੋ। ਇਹ ਸੁਣ ਕੇ ਭਾਈ ਬਿਧੀ ਚੰਦ ਤੇ ਨਹੀਂ ਬੋਲੇ, ਪਰ ਭਾਈ ਰਾਏ ਜੋਧ ਨੇ ਗੁਰੂ ਸਾਹਿਬ ਦੇ ਚਰਨ ਫੜਦੇ, ਸਤਿਗੁਰੂ ਜੀ ਨਾ ਨਾ, ਇਹਨੂੰ ਛੱਡ ਕੇ ਆਉਣ ਬਾਰੇ ਬਚਨ ਨਾ ਕਰੋ। ਦੂਜੇ ਘੋੜੇ ਨੂੰ ਲਿਆਉਣ ਵਾਸਤੇ ਤੁਸੀਂ ਕਹੋ ਨਾ, ਹੁਕਮ ਕਰੋ। ਔਰ ਬਿਧੀ ਚੰਦ ਨੇ ਲੈ ਵੀ ਆਉਣਾ ਹੈ ਅਤ ਕਠਨ ਹਰਨ ਹੈ ਕੇਰਾ, ਮੁਸ਼ਕਲ ਤੇ ਮੁਸ਼ਕਲ ਬਹੁਤ ਤੇਰਾ। ਰਾਏ ਜੋਧ ਕਹਿੰਦੇ ਕਿ ਸਤਿਗੁਰੂ ਜੀ ਗੱਲ ਸੱਚੀ ਹੈ ਤੇ ਔਖਾ, ਔਖਾ ਨਹੀਂ, ਇਹ ਮੁਸ਼ਕਲ ਤੋਂ ਵੀ ਮੁਸ਼ਕਲ ਕੰਮ ਹੈ। ਕਿਉਂਕਿ ਪਹਿਲੋਂ ਤੇ ਕਿਸੇ ਤਰ੍ਹਾਂ ਦਾ ਲੱਗ ਗਿਆ, ਇੱਕ ਘੋੜਾ ਆਇਆ, ਹੁਣ ਇਕੱਲਾ ਰਹਿ ਗਿਆ, ਉਹਦੀ ਚੌਕਸੀ ਪਹਿਲੋਂ ਨਾਲੋਂ ਕਈ ਗੁਣਾ ਵੱਧ ਗਈ ਹੋਣੀ ਹੈ। ਦੂਜੇ ਨੂੰ ਲਿਆਉਣਾ ਤੇ ਮੁਸ਼ਕਲ ਤੋਂ ਵੀ ਮੁਸ਼ਕਲ ਕੰਮ ਹੈ। ਤਉ ਆਪ ਕੇ ਕਰੁਣਾ ਪਾਏ, ਲਿਆਇਓ ਵਿਦਿਆ ਬੁੱਧ ਉਪਜਾਏ। ਪਰ ਫਿਰ ਵੀ ਸਤਿਗੁਰੂ ਜਦੋਂ ਆਪ ਜੀ ਨੇ ਕਿਰਪਾ ਕਰ ਦਿੱਤੀ ਨਾ, ਇਹ ਭਾਈ ਬਿਧੀ ਚੰਦ ਨੇ ਕੋਈ ਨਾ ਕੋਈ ਵਿਧੀ ਬਣਾ ਹੀ ਲੈਣੀ ਹੈ। ਇਹਨੇ ਕਿਸੇ ਨਾ ਕਿਸੇ ਢੰਗ ਨਾਲ ਲੈ ਹੀ ਆਉਣਾ ਹੈ, ਬਸ ਕਿਰਪਾ ਤੁਹਾਡੀ ਚਾਹੀਦੀ ਹੈ। ਹਮ ਕੋ ਮਹਾ ਚਤੁਰ ਇਹ ਦਿਖਾ, ਅਪਰਣ ਜਗ ਮੈਂ ਇਸੀ ਸਰੀਖਾ। ਰਾਏ ਜੋਧ ਕਹਿੰਦਾ ਸਤਿਗੁਰੂ ਜੀ ਮੈਨੂੰ ਤਾਂ ਬੜਾ ਸਿਆਣਾ ਲੱਗਿਆ ਭਾਈ ਬਿਧੀ ਚੰਦ, ਇਹਦੇ ਵਰਗੀ ਸਿਆਣਪ, ਇਹਦੇ ਵਰਗੀ ਵਿਧੀ, ਇਹਦੇ ਵਰਗੀ ਜੁਗਤ
ਪੂਰੇ ਸੰਸਾਰ ਦੇ ਵਿੱਚ ਕਿਸੇ ਕੋਲ ਨਹੀਂ ਹੋਣੀ, ਇਹਦਾ ਤਾਂ ਕੋਈ ਸਾਨੀ ਨਹੀਂ। ਪੂਰਬ ਤੇ ਦੂਸਰ ਹੈ ਲਿਆਵਣ, ਅਧਿਕ ਕਠਨ ਤੇ ਕਠਨ ਸੋਇਆਵਣ। ਰਾਏ ਜੋਧ ਫਿਰ ਕਹਿੰਦਾ ਹੈ ਕਿ ਇਸ ਘੋੜੇ ਤੇ ਜਿਹੜਾ ਪਹਿਲੋਂ ਆ ਗਿਆ, ਇਹਦੇ ਨਾਲੋਂ ਦੂਸਰਾ ਘੋੜਾ ਲਿਆਉਣਾ ਕਠਨ ਤੋਂ ਕਠਨ ਕੰਮ ਹੈ, ਔਖੇ ਤੋਂ ਵੀ ਔਖਾ ਹੈ। ਤੋ ਮੋਹਿ ਨਿਸ਼ਚੈ ਅਸ ਹੋਵਾ, ਤੁਮ ਚਿਤ ਚਹੋ ਤਾ ਆਵਤ ਜੋਵਾ। ਪਰ ਰਾਏ ਜੋਧ ਕਹਿੰਦਾ ਸਤਿਗੁਰੂ ਜੀ ਮੈਨੂੰ ਤੇ ਭਰੋਸਾ ਹੈ ਆਪ ਜੀ ਤੇ, ਮੈਨੂੰ ਤੇ ਭਰੋਸਾ ਬਿਧੀ ਚੰਦ ਤੇ ਵੀ ਹੈ। ਤੁਸੀਂ ਚਿੱਤ ਵਿੱਚ ਚਾਹੋ ਘੋੜਾ ਇੱਥੇ ਆਵੇ ਤੇ ਘੋੜਾ ਮੈਨੂੰ ਤਾਂ ਦਿਸਦਾ ਪਿਆ ਦੂਜਾ ਵੀ ਆ ਜਾਣਾ ਹੈ। ਸੁਣ ਬਿਧੀਏ ਕਰ ਜੋਰ ਬਖਾਨਾ, ਅਪਰ ਨਰਨ ਕੋ ਕਠਨ ਮਹਾਨਾ। ਇਹ ਸੁਣ ਕੇ ਭਾਈ ਬਿਧੀ ਚੰਦ ਕਹਿੰਦੇ ਨੇ ਰਾਏ ਜੋਧ ਜੀ ਕਹਿੰਦੇ ਹੋਰ ਲੋਕਾਂ ਵਾਸਤੇ, ਹੋਰ ਮਨੁੱਖਾਂ ਵਾਸਤੇ ਕੰਮ ਕਠਨ ਤੋਂ ਕਠਨ ਹੈ, ਸੱਚਮੁੱਚ ਹੀ ਕਠਨ ਹੈ। ਤੁਰੰਗ ਸ਼ਾਹ ਕੇ ਅਤ ਤਕਰਾਏ, ਸਪਾਟ ਹਜ਼ਾਰੋ ਸਦਾ ਸਹਾਈ। ਘੋੜਿਆਂ ਦੇ ਤਾਂ ਪਹਿਲੋਂ ਵੀ ਬਾਦਸ਼ਾਹ ਦੇ ਬੰਦਿਆਂ ਤੋਂ ਬੜਾ ਪਹਿਰਾ ਸੀ, ਹੁਣ ਤੇ ਕਈ ਗੁਣਾ ਜ਼ਿਆਦਾ ਹੋ ਗਿਆ ਹੁਣ, ਉਹਨਾਂ ਤੇ ਬੜਾ ਪਹਿਰਾ ਹੈ। ਸਪਾਟ ਹਜ਼ਾਰੋਂ ਸਾਹਿਬ ਜਿਹੜੇ ਸੂਰਮੇ ਨੇ ਉਹ ਪਹਿਰਾ ਦਿੰਦੇ ਨੇ, ਹਰ ਵੇਲੇ ਧਿਆਨ ਰੱਖਦੇ ਨੇ। ਬਹੁਰ ਦੁਰਗ ਮੈਂ ਘੋਰਾ ਖਰਿਓ, ਅਧਿਕ ਸਬਣ ਸਾਵਧਾਨੀ ਕਰਿਓ। ਦੂਸਰਾ ਫਿਰ ਘੋੜਾ ਖੜਿਆ ਵੀ ਕਿਲੇ ਦੇ ਵਿੱਚ ਹੈ। ਸਾਵਧਾਨੀ ਹੁਣ ਤੇ ਪਹਿਲੋਂ ਨਾਲੋਂ ਕਈ ਗੁਣਾ ਵਧਾ ਦਿੱਤੀ ਹੋਏਗੀ। ਪਰ ਭਾਈ ਬਿਧੀ ਚੰਦ ਕਹਿੰਦੇ ਨੇ ਰਾਏ ਜੀ ਗੁਰ ਪ੍ਰਤਾਪ ਤੇ ਮੈਂ ਨਹਿ ਜਾਨੋ, ਲਿਹੋ ਦੁਰਗ ਤੇ ਮੈਂ ਹਰਿਆਨੋ। ਭਾਈ ਬਿਧੀ ਚੰਦ ਕਹਿੰਦੇ ਨੇ ਗੁਰੂ ਦਾ ਪ੍ਰਤਾਪ ਹੈ, ਜੇ ਗੁਰੂ ਦੀ ਅਸੀਸ ਹੋਵੇ, ਗੁਰੂ ਦੀ ਕਿਰਪਾ ਹੋਵੇ। ਤੇ ਰਾਏ ਜੋਧ ਜੀ ਫਿਰ ਮੈਂ ਨਹੀਂ ਜਾਣਦਾ ਕਿ ਉੱਥੇ ਕੋਈ ਕਿਲ੍ਹਾ ਹੈ, ਫਿਰ ਮੈਂ ਨਹੀਂ ਜਾਣਦਾ ਉੱਥੇ ਕੋਈ ਹਜ਼ਾਰਾਂ ਫੌਜੀ ਸੈਨਿਕ ਹੋਣਗੇ ਜਾਂ ਲੱਖਾਂ ਹੋਣਗੇ। ਬਸ ਕਿਰਪਾ ਗੁਰੂ ਦੀ ਹੋਵੇ, ਹੱਥ ਗੁਰੂ ਦਾ ਹੋਵੇ। ਤੇ ਫਿਰ ਮੈਂ ਕਿਸੇ ਕਿਲੇ ਨੂੰ ਨਹੀਂ ਜਾਣਦਾ, ਕਿਸੇ ਬਾਦਸ਼ਾਹ ਨੂੰ ਨਹੀਂ ਜਾਣਦਾ। ਪ੍ਰਤਨ ਸਬਣ ਕੇ ਅਸਮਤ ਮਾਰੇ, ਲਖੀ ਨ ਕਿਨਹੂ ਛਲ ਕਰਤ ਭਾਰੀ। ਰਾਏ ਜੋਧ ਜੀ ਪਹਿਲਾ ਘੋੜਾ ਵੀ ਮੈਂ ਕੋਈ ਨਹੀਂ ਲੈ ਕੇ ਆਇਆ, ਇਹ ਤਾਂ ਗੁਰੂ ਸਾਹਿਬ ਜੀ ਨੇ ਬਸ ਵਡਿਆਈ ਦੇ ਦਿੱਤੀ ਹੈ। ਕਾਰਜ ਤੇ ਸਾਰਾ ਇਹਨਾਂ ਹੀ ਕੀਤਾ ਨੇ ਕਿ ਉਹਨਾਂ ਤੇ ਮਾਤੇ ਇਸ ਢੰਗ ਨਾਲ ਮਾਰਦੇ ਤੇ ਕਿਸੇ ਨੂੰ ਸਮਝ ਹੀ ਨਹੀਂ ਆਈ। ਸੁਣੋ ਪ੍ਰਭੂ ਕਿਉਂ ਦੈਬੋ ਘੋਰਾ, ਆਣ ਮਿਲਾਵੋ ਮੈਂ ਇਸ ਜੋਰਾ। ਭਾਈ ਬਿਧੀ ਚੰਦ ਕਹਿੰਦੇ ਨੇ ਹੇ ਪ੍ਰਭੂ ਸਤਿਗੁਰੂ ਜੀ ਘੋੜਾ ਵਾਪਸ ਕਿਉਂ ਦੇਣਾ, ਇੰਨੀ ਮਿਹਨਤ ਨਾਲ ਲਿਆਏ ਆ, ਮੈਂ ਦੂਜਾ ਵੀ ਲਿਆ ਕੇ ਇਹਨਾਂ ਦੇ ਜੋੜੇ ਮਿਲਾ ਦਿਆਂਗਾ ਪਰ ਵਾਪਸ ਨਹੀਂ ਦੇਣਾ। ਆ ਯੁੱਧ ਪਾਣੀ ਜੇ ਪਟ ਲਾਖੇ, ਹੋਏ ਸਵਦਾਨ ਬੜੇ ਸਭ ਰਾਖੇ। ਹੱਥਾਂ ਵਿੱਚ ਸ਼ਸਤਰ ਲੈ ਕੇ ਲੱਖਾਂ ਸੂਰਮੇ ਵਿੱਚ ਚੌਕਸੀ ਕਰੀ ਜਾਣਾ, ਪਹਿਰਾ ਦਈ ਜਾਣਾ ਤੇ ਬੇਸ਼ੱਕ ਦਈ ਜਾਣਾ। ਐਸੇ ਕਰੋ ਬੰਚਨਾ ਤਿਨਕੇ, ਚਹੂੰ ਸੁਲਿਆਵੋ ਅਗਰ ਨयन ਕੇ। ਸਤਿਗੁਰੂ ਜੀ ਤੁਹਾਡੀ ਕਿਰਪਾ ਹੋਵੇ ਨਾ ਤੇ ਮੈਂ ਹੁਣ ਇਸ ਤਰ੍ਹਾਂ ਕਰਾਂਗਾ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵੇਖਦਿਆਂ ਹੋਇਆ ਦੂਜਾ ਘੋੜਾ ਲਿਆਵਾਂਗਾ। ਪਹਿਲੋਂ ਤੇ ਧੋਖਾ ਦੇ ਕੇ, ਕਿ ਧੋਖਾ ਹੀ ਕਿਹਾ ਜਾ ਸਕਦਾ ਹੈ, ਕਿ ਉਹਨਾਂ ਦੀ ਮੱਤ ਮਾਰ ਕੇ ਰਾਤ ਨੂੰ ਨਸ਼ੇ 'ਚ ਧੁੱਤ ਕਰਕੇ ਰਾਤ ਨੂੰ ਲੈ ਕੇ ਆਇਆ। ਤੇ ਜੋ ਹੁਣ ਤੁਸੀਂ ਥਾਪੀ ਦਿਓ ਉਹ ਦਿਨ ਦਿਹਾੜੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਵੇਖਦੇ ਹੋਏ ਲਿਆਵਾਂਗਾ। ਐਸੇ ਕਰੋ ਬੰਚਨਾ ਤਿਨਕੇ, ਚਾਹੋ ਸੋ ਲਿਆਵੋ ਅਗਰ ਨਰਨ ਕੇ। ਜੇ ਤੁਸੀਂ ਚਾਹੋ ਤਾਂ ਲਿਆਵੋ ਅਗਰ ਨयन ਕੀ, ਮੈਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ, ਬਾਦਸ਼ਾਹ ਦੇ ਅੱਖਾਂ ਦੇ ਸਾਹਮਣੇ ਘੋੜਾ ਲੈ ਕੇ ਆਵਾਂਗਾ। ਪ੍ਰਭ ਜੇ ਆਗਿਆ ਦੇਹੋ ਸਿਧਾਵੋ, ਲਿਆਏ ਤੁਰਤ ਹੈ ਦਰਸ਼ਨ ਪਾਵੋ। ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਆਗਿਆ ਦੇ ਦਿਓ, ਮੇਰੇ ਸਿਰ 'ਤੇ ਹੱਥ ਰੱਖ ਦਿਓ, ਬਸ ਮੈਂ ਛੇਤੀ ਤੁਰਤ ਜਾ ਕੇ ਘੋੜੇ ਨੂੰ ਲੈ ਆਉਣਾ। ਮੁਖ ਮੁਸਕਾਵਤ ਕਹਿਓ ਗੁਸਾਏ, ਗਮਣੋਂ ਵਿਦਿਆ ਗੁਰੂ ਸਹਾਈ। ਸਤਿਗੁਰੂ ਜੀ ਹੱਸ ਪਏ, ਮੁਸਕਰਾ ਕੇ ਕਹਿੰਦੇ ਨੇ ਬਿਧੀ ਚੰਦ ਤੂੰ ਲੈ ਹੀ ਆਉਣਾ, ਜਾਂ ਫਿਰ ਲੈ ਹੀ ਆ, ਗੁਰੂ ਤੇਰੇ ਸਦਾ ਹੀ ਨਾਲ ਰਹਿਣਗੇ।
ਕਰ ਕਾਰਜ ਤੂਰਨ ਹੀ ਆਵੋ, ਬਹੁਰ ਜੰਗ ਕਰ ਤੁਰਕ ਖਪਾਵੋ। ਸਤਿਗੁਰੂ ਕਹਿੰਦੇ ਨੇ ਭਾਈ ਬਿਧੀ ਚੰਦ ਹੁਣ ਜਿੰਨਾ ਛੇਤੀ ਹੋਏ ਛੇਤੀ ਘੋੜੇ ਨੂੰ ਲੈ ਕੇ ਆਈ, ਕਿਉਂਕਿ ਪਹਿਲੇ ਤੇ ਵੀ ਖੋਜ ਕਰਦੇ ਹੋਣੇ ਨੇ। ਘੋੜੇ ਨੂੰ ਛੇਤੀ ਲੈ ਕੇ ਆਈ, ਫਿਰ ਜੰਗ ਦੀ ਵੀ ਤਿਆਰੀ ਕਰਨੀ, ਇਹਨਾਂ ਨੂੰ ਮਾਰਨਾ ਵੀ, ਕਿਉਂਕਿ ਇਹਨਾਂ ਘੋੜਿਆਂ ਦੇ ਪਿੱਛੇ ਪਿੱਛੇ ਫੌਜ ਲੈ ਕੇ ਆਉਣਾ ਹੈ। ਸੁਣ ਤੇ ਉੱਠਿਓ ਪੱਗ ਪੰਕਜ ਹਾਥ, ਧਰ ਕਰ ਪ੍ਰਿਆ ਉਰ ਟੇਕਿਓ ਮਾਥ। ਇਹ ਸੁਣ ਕੇ ਉਸੇ ਵੇਲੇ ਭਾਈ ਬਿਧੀ ਚੰਦ ਉੱਠੇ, ਸਤਿਗੁਰੂ ਦੇ ਚਰਨਾਂ 'ਤੇ ਮੱਥਾ ਰੱਖ ਕੇ ਮੱਥਾ ਟੇਕਿਆ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਕਾਰਜ ਤੁਸੀਂ ਆਪ ਵੀ ਕਰਨਾ, ਬਸ ਸਿਰ 'ਤੇ ਮਿਹਰ ਹੱਥ ਰੱਖਿਓ। ਅਤ ਉਤਸਾਹ ਧਾਰ ਪ੍ਰਸਥਾਨਾ, ਅਦਭੁਤ ਕੌਤਕ ਕਰਨ ਮਹਾਨਾ। ਕਹਿੰਦੇ ਬੜੇ ਉਤਸ਼ਾਹ ਦੇ ਨਾਲ ਭਾਈ ਬਿਧੀ ਚੰਦ ਚੱਲਿਆ, ਔਰ ਬੜਾ ਮਹਾਨ ਕੌਤਕ ਕਰਨ ਵਾਲਾ ਹੈ ਤੇ ਪਹਿਲਾਂ ਵੀ ਅਚਰਜ ਹੀ ਸੀ, ਪਰ ਹੁਣ ਕਿੰਨਾ ਕੁ ਹੈਰਾਨੀ ਵਾਲਾ ਹੋਏਗਾ ਜੀ ਕਿ ਸਭ ਨੂੰ ਪਤਾ ਘੋੜਾ ਚਲਾ ਗਿਆ ਹੈ, ਦੂਜੇ ਦੀ ਚੌਕਸੀ ਬੜੀ ਜ਼ਿਆਦਾ ਹੋਏਗੀ। ਪਰ ਭਾਈ ਬਿਧੀ ਚੰਦ ਕਹਿੰਦੇ ਜੇ ਤੁਹਾਡਾ ਹੱਥ ਸਿਰ 'ਤੇ ਹੋਵੇ, ਇਹ ਰਾਜੇ ਇਹ ਕਿਲੇ 'ਤੇ ਚੀਜ਼ ਕੀ ਨੇ ਕਿ ਜਿਹੜੇ ਇਸ ਸਰੀਰ ਰੂਪੀ ਕਿਲੇ ਦੇ ਵਿੱਚ 5 ਮਹਾਬਲੀ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਿ ਜਿਨ੍ਹਾਂ ਤੋਂ ਸਾਰਾ ਸੰਸਾਰ ਹਾਰਿਆ ਪਿਆ, ਤੁਹਾਡੇ ਕਿਰਪਾ ਹੋਵੇ ਤੇ ਤੁਹਾਡਾ ਸਿੱਖ ਤੁਹਾਡਾ ਸੇਵਕ ਇਹਨਾਂ 5 ਨੂੰ ਵੀ ਬੰਨ੍ਹ ਕੇ ਆਪਣੇ ਪੈਰਾਂ 'ਚ ਰੱਖ ਸਕਦਾ ਹੈ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਜਿੰਦੇ ਸਿਰ 'ਤੇ ਹੱਥ ਤੁਸੀਂ ਰੱਖ ਦਿਓ, ਥਾਪੀ ਜਿਹਨੂੰ ਤੁਸੀਂ ਦੇ ਦਿਓ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੂਆ। ਤੇ ਕਦੋਂ ਬੰਨੇ ਜਾਂਦੇ ਨੇ? ਜਦੋਂ ਸੱਚੇ ਦੀ ਟੇਕ ਹੋਵੇ। ਆਪਣੇ ਚਰਨ ਚਪਾਇਣ ਵਿੱਚ ਦਈ ਖੜੂਆ, ਜਦੋਂ ਆਪਣੇ ਚਰਨ ਆਪ ਅੰਦਰ ਟਿਕਾ ਦੇਵੇ, ਗੁਰੂ ਆਪ ਵਿੱਚ ਆ ਕੇ ਖਲੋ ਜਾਏ, ਤੇ ਫਿਰ ਇਹਨਾਂ 5 ਦੀ ਕੀ ਹਿੰਮਤ ਹੈ? ਇਹ ਕੀੜੇ ਇਹ ਫੌਜਾਂ ਦੇ ਫਿਰ ਕੁਝ ਵੀ ਨਹੀਂ। ਪ੍ਰਥਮ ਸਭਣੇ ਹੀ ਅਸਮਤ ਮਾਰੇ, ਪ੍ਰਭ ਜੇ ਆਗਿਆ ਦਿਓ ਸਦਾਵੋਂ, ਲਿਆਏ ਤੁਰਤ ਹੈ ਦਰਸ਼ਨ ਪਾਵੋਂ। ਕਹਿੰਦੇ ਉੱਥੇ ਗੁਰੂ ਸਾਹਿਬ ਜੀ ਫਿਰ ਮੁਸਕਰਾਏ, ਮੁਖ ਮੁਸਕਾਵਤ ਕਹਿਓ ਗੁਸਾਏ, ਗਵਣੋ ਵਿਦਿਆ ਗੁਰੂ ਸਹਾਈ। ਕਰ ਕਾਰਜ ਤੂਰਨ ਹੀ ਆਵੋ, ਬਹੁਰ ਜੰਗ ਕਰ ਤੁਰਖ ਕਪਾਵੋ। ਛੇਤੀ ਆਇਓ, ਫਿਰ ਜੰਗ ਵੀ ਕਰਨਾ, ਇਹਨਾਂ ਨੂੰ ਮਾਰਨਾ ਵੀ ਹੈ। ਸੁਣ ਤੁਠਿਓ ਪਗ ਪੰਕਜ ਹਾਥ, ਧਰ ਕਰ ਪ੍ਰਿਆ ਉਰ ਟੇਕਿਓ ਮਾਥ। ਭਾਈ ਬਿਧੀ ਚੰਦ ਨੇ ਮੱਥਾ ਟੇਕਿਆ, ਸਤਿਗੁਰੂ ਜੀ ਤੋਂ ਆਗਿਆ ਲਈ, ਬੜੇ ਉਤਸ਼ਾਹ ਦੇ ਨਾਲ ਚੱਲਿਆ ਹੈ ਕਿ ਹੁਣ ਉਸ ਘੋੜੇ ਨੂੰ ਜਿਵੇਂ ਜਾ ਕੇ ਲਿਆਉਣਾ ਹੈ, ਜਿਵੇਂ ਜਾ ਕੇ ਉੱਥੇ ਭਾਈ ਬਿਧੀ ਚੰਦ ਨੇ ਬਿਉਂਤ ਬਣਾਉਣੀ ਹੈ। ਇਹ ਸਾਰਾ ਰਹਿੰਦਾ ਪ੍ਰਸੰਗ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀ ਜੀ ਹੋਈਆਂ ਫੁੱਲਾਂ ਦੀ ਕੀਮਾ। ਆਓ 1-2 ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ